ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ ਚੱਲ ਰਹੀ ਵਿਚਾਰ ਅੰਦਰ ਅੱਜ ਅਸੀਂ ਚੌਥੀ ਪੌੜੀ ਦੀ ਵਿਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਸ ਪੌੜੀ ਅੰਦਰ ਬਹੁਤ ਹੀ ਕੀਮਤੀ ਵਿਚਾਰ ਹਨ, ਜਿਸ ਦੀ ਸ਼ੁਰੂਆਤ ਗੁਰੂ ਸਾਹਿਬ ਇਸ ਪੰਕਤੀ ਰਾਹੀਂ ਕਰ ਰਹੇ ਹਨ ਕਿ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਓ ਅਪਾਰ। ਸਾਚਾ ਭਾਵ ਸੱਚਾ ਹੋਂਦ ਵਾਲਾ ਜੋ ਸਦਾ ਰਹਿਣ ਵਾਲਾ ਹੈ। ਉਹ ਕੌਣ ਹੈ? ਸਾਹਿਬ, ਅਕਾਲ ਪੁਰਖ। ਗੁਰੂ ਪਿਆਰਿਓ, ਅਸੀਂ ਰੋਜ਼ ਜ਼ੁਬਾਨ ਨਾਲ ਪਤਾ ਨਹੀਂ ਕਿੰਨੀ ਵਾਰ ਕਹਿੰਦੇ ਹਾਂ ਕਿ ਉਹ ਸਾਹਿਬ ਸੱਚ ਹੈ, ਉਹ ਵਾਹਿਗੁਰੂ ਸੱਚ ਹੈ, ਪਰ ਕਦੇ ਮਨ ਕਰਕੇ ਨਹੀਂ ਕਹਿੰਦੇ। ਪਰ ਜਿਵੇਂ ਜਿਵੇਂ ਅਸੀਂ ਇਸ ਪੌੜੀ ਦੀ ਡੂੰਘਾਈ ਵਿੱਚ ਜਾਵਾਂਗੇ ਤਾਂ ਅੰਤਲੀ ਪੰਕਤੀ ਤੱਕ ਜਾਂਦੇ ਜਾਂਦੇ ਅਸੀਂ ਉਸ ਸੱਚੇ ਸਾਹਿਬ ਨੂੰ ਮਨ ਕਰਕੇ ਸੱਚਾ ਪਛਾਣ ਲਵਾਂਗੇ। ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਸਾਹਿਬ ਸੱਚਾ ਹੈ ਅਤੇ ਉਹ ਸਿਰਫ ਆਪ ਸੱਚਾ ਨਹੀਂ, ਉਸਨੇ ਜੋ ਬਣਾਇਆ ਉਹ ਵੀ ਸੱਚਾ ਹੈ। ਉਸਨੇ ਜੋ ਨਾਏ ਭਾਵ ਜੋ ਹੁਕਮ ਨਿਯਮ ਇਸ ਜਗਤ ਅੰਦਰ ਲਾਇਆ ਉਹ ਵੀ ਸੱਚਾ ਹੈ। ਜਿਵੇਂ ਕਿ ਅਸੀਂ ਪਿਛਲੀ ਪੌੜੀ ਅੰਦਰ ਹੁਕਮ ਬਾਰੇ ਜਾਣਿਆ ਸੀ ਕਿ ਹੁਕਮ ਨਾਲ ਹੀ ਸੰਸਾਰ ਦੀ ਕਾਰ ਚੱਲ ਰਹੀ ਹੈ। ਹੁਕਮ ਇੱਕ ਬੜਾ ਪੱਕਾ ਨਿਯਮ ਹੈ ਜੋ ਸੰਸਾਰ ਅੰਦਰ ਲਗਾਤਾਰ ਚੱਲਦਾ ਹੀ ਰਹਿੰਦਾ ਹੈ। ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਆਪ ਸੱਚਾ ਹੈ, ਉਸ ਦਾ ਨਾਏ ਸੱਚਾ ਹੈ ਅਤੇ ਉਸ ਦੀ ਭਾਖਿਆ ਭਾਵ ਹੈ, ਭਾਵ ਉਸ ਦੀ ਬੋਲੀ ਪਿਆਰ ਦੀ ਬੋਲੀ ਹੈ। ਜੇ ਅਸੀਂ ਉਸ ਨਾਲ ਗੱਲਾਂ ਕਰਨੀਆਂ ਹਨ ਤਾਂ ਸਾਡੇ ਅੰਦਰ ਵੀ ਭਾਵ ਪਿਆਰ ਹੋਣਾ ਬਹੁਤ ਜ਼ਰੂਰੀ ਹੈ। ਸਿਰਫ ਗਿਆਨ ਜਾਂ ਧਿਆਨ ਦੀਆਂ ਗੱਲਾਂ ਦੇ ਨਾਲ ਨਹੀਂ, ਬਲਕਿ ਪਿਆਰ ਨਾਲ ਵੀ। ਜੇ ਸਿਰਫ ਅਸੀਂ ਗਿਆਨ ਧਿਆਨ ਦੀਆਂ ਬਾਤਾਂ ਹੀ ਪਾਉਂਦੇ ਰਹੇ, ਅੰਦਰ ਗਿਆਨ ਨਾ ਪਾਇਆ, ਵਿਸ਼ਵਾਸ ਨਾ ਪਾਇਆ, ਤਾਂ ਉਹ ਗਿਆਨ ਸਾਡੇ ਮਨ ਤੱਕ ਨਹੀਂ ਪਹੁੰਚੇਗਾ ਅਤੇ ਨਾ ਹੀ ਅਸੀਂ ਰੱਬੀ ਜੋਤ ਤੱਕ ਪਹੁੰਚ ਪਾਵਾਂਗੇ। ਕਿਉਂਕਿ ਅਕਾਲ ਪੁਰਖ ਸਾਡੇ ਬੋਲ ਨੇ ਸਾਡੇ ਗੁਣ ਦੇਖਦਾ ਹੈ, ਸਾਡਾ ਕਿਰਦਾਰ ਦੇਖਦਾ ਹੈ। ਅਤੇ ਜੇ ਅਸੀਂ ਪਿਆਰ ਦੀ ਮੂਰਤ ਨਾ ਬਣੇ, ਰੱਬੀ ਗੁਣਾਂ ਦੀ ਮੂਰਤ ਨਾ ਬਣੇ, ਤਾਂ ਉਸ ਨੂੰ ਕਦੇ ਵੀ ਸਮਝ ਨਾ ਪਾਵਾਂਗੇ, ਮਿਲ ਨਾ ਪਾਵਾਂਗੇ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਬੋਲੀ ਹੈ ਪਿਆਰ। ਕਿੰਨਾ ਪਿਆਰ? ਅਪਾਰ, ਭਾਵ ਜਿਸ ਦੇ ਪਾਰ ਨਾ ਜਾਇਆ ਜਾ ਸਕੇ। ਕਹਿਣ ਤੋਂ ਭਾਵ ਉਸ ਦਾ ਪਿਆਰ ਬਹੁਤ ਹੀ ਅਪਾਰ ਹੈ, ਜਿਸ ਅੰਦਰ ਸਾਰਾ ਜਗਤ ਆ ਜਾਂਦਾ ਹੈ। ਉਸ ਦੇ ਪ੍ਰੇਮ ਅੰਦਰ ਕੋਈ ਵਲਛਲ ਨਹੀਂ ਹੈ, ਕੋਈ ਸੀਮਾ ਨਹੀਂ ਹੈ, ਉਹ ਅਸੀਮ ਹੈ, ਅਪਾਰ ਹੈ। ਸੋ ਗੁਰੂ ਪਿਆਰੋ, ਇਹ ਤਾਂ ਗੱਲ ਰਹੀ ਕਿ ਅਕਾਲ ਪੁਰਖ ਕਿਵੇਂ ਦਾ ਹੈ, ਕਿਵੇਂ ਉਹ ਜਗਤ ਦੀ ਕਾਰ ਚਲਾਉਂਦਾ ਹੈ, ਕਿਵੇਂ ਉਹ ਜੀਵਾਂ ਨਾਲ ਗੱਲਬਾਤ ਕਰਦਾ ਹੈ। ਪਰ ਹੁਣ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸੀਂ ਕਿਵੇਂ ਦੇ ਹਾਂ। ਇਸ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ। ਸਾਡੀ ਹਾਲਤ ਬਾਰੇ ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਦਾ ਆਪਣੇ ਜੀਆਂ ਨਾਲ ਨਾਤਾ ਪਿਆਰ ਦਾ ਨਾਤਾ ਹੈ, ਪਰ ਇਨਸਾਨ ਦਾ ਅਕਾਲ ਪੁਰਖ ਨਾਲ ਨਾਤਾ ਸਿਰਫ ਦਾਤਾਂ ਦਾ ਹੈ। ਹਰ ਰੋਜ਼ ਮੰਗਦਾ ਹੀ ਹੈ ਅਤੇ ਆਖਦਾ ਹੈ ਕਿ ਮੈਨੂੰ ਇਹ ਚੀਜ਼ ਦੇ ਦੇ, ਮੈਨੂੰ ਉਹ ਚੀਜ਼ ਦੇ ਦੇ। ਹਰ ਰੋਜ਼ ਕੋਈ ਨਾ ਕੋਈ ਮੰਗ ਹੁੰਦੀ ਹੈ, ਇੱਕ ਪੂਰੀ ਹੁੰਦੀ ਹੈ ਤਾਂ ਦੂਜੀ ਸ਼ੁਰੂ ਹੋ ਜਾਂਦੀ ਹੈ। ਗੁਰੂ ਪਿਆਰੋ, ਕੀ ਸਾਡਾ ਇੰਨਾ ਕੁ ਹੀ ਪਿਆਰ ਹੈ ਅਕਾਲ ਪੁਰਖ ਨਾਲ? ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਹ ਤਾਂ ਐਸਾ ਦਿਆਲ ਦਾਤਾਰ ਹੈ ਕਿ ਜੋ ਨਹੀਂ ਮੰਗਦਾ ਉਸ ਨੂੰ ਵੀ ਦਿੰਦਾ ਹੈ। ਇੱਥੋਂ ਤੱਕ ਕਿ ਜੋ ਰੱਬ ਨੂੰ ਮੰਨਦੇ ਹੀ ਨਹੀਂ, ਉਹਨਾਂ ਨੂੰ ਵੀ ਸਭ ਕੁਝ ਬਿਨਾਂ ਮੰਗਿਆ ਹੀ ਮਿਲ ਰਿਹਾ ਹੈ। ਅਤੇ ਅਸੀਂ ਉਸ ਦੇ ਭਗਤ ਹੋ ਕੇ ਵੀ, ਉਸ ਦੇ ਪਿਆਰੇ ਬਣ ਕੇ ਵੀ, ਜੇ ਅਸੀਂ ਸਿਰਫ ਪਦਾਰਥ ਹੀ ਮੰਗਦੇ ਹਾਂ, ਕਦੀ ਉਸ ਨੂੰ ਨਹੀਂ ਮੰਗਿਆ, ਕਦੇ ਰੱਬ ਨੂੰ ਨਹੀਂ ਮੰਗਿਆ, ਕਦੀ ਉਸ ਦਾ ਪਿਆਰ ਨਾਮ ਨਹੀਂ ਮੰਗਿਆ, ਤਾਂ ਫਿਰ ਅਸੀਂ ਕੀ ਮੰਗਿਆ? ਗੁਰੂ ਪਿਆਰੋ, ਜਿਵੇਂ ਅਸੀਂ ਆਪਣੇ ਮਾਂ-ਬਾਪ ਕੋਲ ਰੋਜ਼ ਕੁਝ ਨਾ ਕੁਝ ਮੰਗੀਏ ਤਾਂ ਉਹ ਦੇਣਗੇ, ਇਸ ਵਿੱਚ ਕੋਈ ਸ਼ੱਕ ਨਹੀਂ। ਜਦ ਅਸੀਂ ਬੋਲਦੇ ਵੀ ਨਹੀਂ ਸੀ, ਨਿਆਣੇ ਸੀ, ਉਦੋਂ ਵੀ ਉਹ ਸਾਨੂੰ ਸਭ ਕੁਝ ਲਿਆ ਕੇ ਦਿੰਦੇ ਸਨ ਬਿਨਾਂ ਮੰਗਿਆ। ਪਰ ਜਦ ਅਸੀਂ ਜਵਾਨ ਹੋਏ, ਕਾਰੋਬਾਰ ਲੱਗੇ, ਜਦ ਸਾਡੇ ਆਪਣੇ ਬੱਚੇ ਹੋਏ, ਤਾਂ ਅਸੀਂ ਉਹੋ ਜਿਹੇ ਨਾ ਰਹੇ, ਆਪਣੇ ਮਾਂ-ਬਾਪ ਤੋਂ ਦੂਰ ਹੋ ਗਏ। ਭਾਵ ਮਾਂ-ਬਾਪ ਦੇ ਮਨ ਅੰਦਰ ਵੀ ਇੱਕ ਚਾਅ ਜ਼ਰੂਰ ਰਹਿੰਦਾ ਹੈ, ਮੰਗ ਜ਼ਰੂਰ ਹੁੰਦੀ ਹੈ। ਉਹ ਕਿਸ ਚੀਜ਼ ਦੀ ਮੰਗ ਹੁੰਦੀ ਹੈ? ਇੱਕ ਨਿੱਘ ਦੀ, ਕਿ ਮੇਰਾ ਬੱਚਾ ਮੇਰੇ ਕੋਲ 2 ਪਲ ਬੈਠੇ, ਕੁਝ ਗੱਲਾਂ ਕਰੇ। ਕਾਸ਼ ਅਸੀਂ ਪਰਿਵਾਰ ਨੂੰ ਸਮਝ ਸਕੀਏ, ਅਕਾਲ ਪੁਰਖ ਨੂੰ ਸਮਝ ਸਕੇ। ਗੁਰੂ ਪਿਆਰਿਓ, ਅਸੀਂ ਤਨ ਨੂੰ ਤਾਂ ਸਭ ਕੁਝ ਦੇ ਰਹੇ ਹਾਂ, ਪਰ ਆਤਮਾ ਨੂੰ, ਮਨ ਨੂੰ ਜੋ ਚਾਹੀਦਾ ਹੈ ਉਹ ਨਹੀਂ ਦੇ ਰਹੇ। ਸਾਡੇ ਅੰਦਰ ਜੋ ਰੂਹ ਹੈ, ਆਤਮਾ ਹੈ, ਉਹ ਰੱਬੀ ਨਾਮ ਮੰਗਦੀ ਹੈ, ਉਹ ਉਸ ਦੀ ਖੁਰਾਕ ਹੈ। ਇਹ ਗੁਰਬਾਣੀ ਵਿਚਾਰ ਹੀ ਰੂਹ ਦੀ ਭੁੱਖ ਨੂੰ ਦੂਰ ਕਰਦੀ ਹੈ। ਅਤੇ ਜਿਸ ਨੂੰ ਇਹ ਸਭ ਗੱਲਾਂ ਸਮਝ ਆਉਣ ਲੱਗ ਜਾਂਦੀਆਂ ਹਨ, ਉਹ ਮਨ ਸੋਚਦਾ ਹੈ ਕਿ ਮੈਂ ਰੋਜ਼ ਕਿੰਨਾ ਕੁਝ ਉਸ ਤੋਂ ਮੰਗਦਾ ਹਾਂ, ਪਰ ਬਦਲੇ 'ਚ ਕੁਝ ਵੀ ਨਹੀਂ ਦਿੰਦਾ, ਮੈਨੂੰ ਵੀ ਕੁਝ ਨਾ ਕੁਝ ਵਾਪਸ ਦੇਣਾ ਚਾਹੀਦਾ ਹੈ। ਪਰ ਇੱਥੇ ਇੱਕ ਹੋਰ ਸਵਾਲ ਖੜਾ ਹੋ ਜਾਂਦਾ ਹੈ ਕਿ ਉਸ ਨੂੰ ਦਿੱਤਾ ਕੀ ਜਾਏ? ਸਾਰਾ ਕੁਝ ਤਾਂ ਉਸ ਦਾ ਬਣਾਇਆ ਹੋਇਆ। ਜਿਵੇਂ ਕਿ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਫੇਰ ਕਹਿ ਅੱਗੇ ਰੱਖੀਏ
ਜਿਤ ਦਿਸੈ ਦਰਬਾਰ। ਭਾਵ ਜਦ ਸਾਰਾ ਕੁਝ ਉਹ ਦਾਤਾਰ ਦੇ ਰਿਹਾ ਹੈ ਤਾਂ ਫਿਰ ਮੈਂ ਕਿਹੜੀ ਭੇਟਾ ਉਸ ਅਕਾਲ ਪੁਰਖ ਅੱਗੇ ਰੱਖਾਂ ਜਿਸ ਦੇ ਸਦਕੇ ਮੈਨੂੰ ਉਸ ਦਾ ਦਰਬਾਰ ਦਿਸ ਪਏ। ਇਹ ਮੰਗ ਬਹੁਤ ਹੀ ਸਹੀ ਮੰਗ ਹੈ ਕਿ ਮੈਨੂੰ ਰੱਬ ਦਾ ਦਰਸ਼ਨ ਚਾਹੀਦਾ ਹੈ, ਉਸ ਦਾ ਦਰਬਾਰ ਚਾਹੀਦਾ ਹੈ। ਸੋ ਜੋ ਮਨ ਉਸ ਦੇ ਪ੍ਰੇਮ ਵਿੱਚ ਰੰਗ ਰਿਹਾ ਹੈ ਉਸ ਅੰਦਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਕਿਹੜੀ ਭੇਟਾ ਉਸ ਅੱਗੇ ਰੱਖੀਏ। ਕੀ ਐਸਾ ਦਿੱਤਾ ਜਾਏ ਜਿਸ ਨਾਲ ਉਸ ਦਾ ਦਰਬਾਰ ਦਿਸੇ? ਕੀ ਕੋਈ ਐਸਾ ਪਦਾਰਥ ਹੈ ਵੀ ਜਾਂ ਨਹੀਂ? ਤਾਂ ਇਸ ਸਵਾਲ ਦੇ ਨਾਲ ਹੀ ਇੱਕ ਹੋਰ ਸਵਾਲ ਵੀ ਪੈਦਾ ਹੁੰਦਾ ਜਿਸ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮੋਹੋਂ ਕੈ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ। ਦੂਜਾ ਸਵਾਲ ਹੈ ਕਿ ਅਸੀਂ ਮੂੰਹੋਂ ਕਿਹੜੇ ਬੋਲ ਬੋਲੀਏ, ਕਿਹੋ ਜਿਹੀ ਅਰਦਾਸ ਕਰੀਏ ਜਿਸ ਨੂੰ ਸੁਣ ਕੇ ਅਕਾਲ ਪੁਰਖ ਸਾਨੂੰ ਪਿਆਰ ਕਰੇ। ਗੁਰੂ ਪਿਆਰਿਓ, ਇਸ ਪੌੜੀ ਦੀ ਸ਼ੁਰੂਆਤ ਵਿੱਚ ਗੁਰੂ ਸਾਹਿਬ ਨੇ ਸਾਨੂੰ ਅਕਾਲ ਪੁਰਖ ਬਾਰੇ ਬਹੁਤ ਹੀ ਪਿਆਰਾ ਸਮਝਾਇਆ ਸੀ ਕਿ ਉਹ ਸੱਚਾ ਹੈ, ਉਸ ਦਾ ਨਾਮ ਹੁਕਮ ਨਿਆਏ ਸੱਚਾ ਹੈ, ਉਸ ਦੀ ਬੋਲੀ ਪਿਆਰ ਹੈ। ਇੱਥੇ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਐਦਾਂ ਨਹੀਂ ਕਿ ਅਕਾਲ ਪੁਰਖ ਕਿਸੇ ਬੋਲੀ ਜਾਂ ਕੋਈ ਅੱਖਰ ਨਹੀਂ ਸਮਝਦਾ, ਉਸ ਦੀ ਸਮਝ ਤਾਂ ਸਾਡੀ ਸਮਝ ਤੋਂ ਵੀ ਕਿਤੇ ਅਗਾਂਹ ਹੈ। ਸਾਡਾ ਇਹ ਦੁਨੀਆ ਦਾ ਜਿੰਨਾ ਵੀ ਗਿਆਨ ਹੈ ਜਾਂ ਸਾਡੇ ਕੋਲ ਜਿੰਨਾ ਵੀ ਗਿਆਨ ਹੈ ਇਹ ਸਾਰਾ ਤਾਂ ਉਸੇ ਤੋਂ ਹੀ ਆ ਰਿਹਾ ਹੈ। ਤਾਂ ਪਿਆਰ ਬੋਲੀ ਤੋਂ ਭਾਵ ਹੈ ਕਿ ਅੱਖਰਾਂ ਤੋਂ ਵੀ ਅਗਾਂਹ ਚਲੀ ਜਾਣਾ, ਜਿੱਥੇ ਸ਼ਬਦਾਂ ਦੀ ਲੋੜ ਹੀ ਨਾ ਰਹੇ। ਪਰ ਉੱਥੇ ਤੱਕ ਜਾਣ ਲਈ ਗੁਰੂ ਚਾਹੀਦਾ ਹੈ, ਗੁਰਬਾਣੀ ਚਾਹੀਦੀ ਹੈ। ਜਦ ਤੱਕ ਮਨ ਗੁਰਬਾਣੀ ਦੇ ਸ਼ਬਦਾਂ ਨੂੰ ਵਿਚਾਰਾਂ ਨੂੰ ਜਿਉਂਦਾ ਨਹੀਂ ਉਦੋਂ ਤੱਕ ਮਨ ਉਸ ਪਾਰ ਨਹੀਂ ਜਾ ਸਕਦਾ। ਗੁਰੂ ਪਿਆਰੋ, ਸ਼ਬਦ ਦੇ ਰਾਹੀਂ ਹੀ ਉਸ ਤੱਕ ਪਹੁੰਚਣਾ ਹੈ। ਇਸ ਲਈ ਜੋ ਸ਼ਬਦ ਹੁੰਦੇ ਹਨ ਉਹਨਾਂ ਅੰਦਰ ਵੀ ਬਹੁਤ ਸਾਰੀਆਂ ਪਰਤਾਂ ਹੁੰਦੀਆਂ ਹਨ। ਭਾਵ ਸ਼ਬਦ ਨੂੰ ਗਾਣਾ ਪੜ੍ਹਨਾ ਇੱਕ ਗੱਲ ਹੈ, ਪਰ ਸ਼ਬਦ ਨੂੰ ਸਮਝਣਾ ਉਸ ਤੋਂ ਅੱਗੇ ਦੀ ਪੌੜੀ ਹੈ। ਭਾਵ ਉਸ ਦੀ ਹੋਰ ਡੂੰਘਾਈ ਵਿੱਚ ਚਲੇ ਜਾਣਾ ਹੈ ਅਤੇ ਫਿਰ ਉਸ ਸ਼ਬਦ ਨੂੰ ਜੋ ਵਿਚਾਰ ਸਮਝੀ ਹੈ ਉਸ ਨੂੰ ਜੀਣਾ, ਇਹ ਸਭ ਤੋਂ ਮਹਾਨ ਪੌੜੀ ਹੈ। ਜਦੋਂ ਤੱਕ ਗੁਰੂ ਦੇ ਸ਼ਬਦ ਰੱਬੀ ਗਿਆਨ ਸਾਡਾ ਸੁਭਾਅ, ਸਾਡਾ ਗੁਣ ਨਾ ਬਣ ਜਾਏ ਉਦੋਂ ਤੱਕ ਸਾਨੂੰ ਰੁਕਣਾ ਨਹੀਂ ਚਾਹੀਦਾ। ਇਹ ਗੁਣ ਹੀ ਉਸ ਨਾਲ ਮਿਲਣ ਦਾ ਵਸੀਲਾ ਹਨ। ਗੁਣਾਂ ਵਿੱਚ ਗੁਣ ਹੈ ਪਿਆਰ ਦਾ ਗੁਣ। ਤਾਂ ਇੱਕ ਵਾਰ ਫਿਰ ਸਮਝਦੇ ਹਾਂ ਕਿ ਗੁਰੂ ਸਾਹਿਬ ਨੇ ਦੋ ਪੰਕਤੀਆਂ ਅੰਦਰ ਦੋ ਸਵਾਲ ਰੱਖੇ। ਉਹ ਸਵਾਲ ਹਨ ਕਿ ਕਿਹੜੀ ਭੇਟਾ ਰੱਖੀਏ ਅਤੇ ਕਿਹੜੇ ਬੋਲ ਬੋਲੀਏ ਜਿਸ ਨਾਲ ਉਸ ਦਾ ਦਰਬਾਰ ਮਿਲੇ, ਉਸ ਦਾ ਪਿਆਰ ਮਿਲੇ। ਇਸ ਦੇ ਜਵਾਬ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜਵਾਬ ਬੜਾ ਹੀ ਸਾਫ਼ ਹੈ ਕਿ ਜਿਵੇਂ ਮਾਂ-ਬਾਪ ਸਮਾਂ ਮੰਗਦਾ ਹੈ, ਇੰਜ ਹੀ ਸਾਨੂੰ ਵੀ ਪਰਮ ਪਿਤਾ ਲਈ, ਅਕਾਲ ਪੁਰਖ ਲਈ ਸਮਾਂ ਕੱਢਣਾ ਹੈ ਅਤੇ ਇਹ ਸਭ ਤੋਂ ਵਧੀਆ ਭੇਟਾ ਹੈ ਅਕਾਲ ਪੁਰਖ ਅੱਗੇ ਰੱਖਣ ਲਈ ਸਮਾਂ। ਅਤੇ ਸਮਾਂ ਵੀ ਬਹੁਤ ਹੀ ਕੀਮਤੀ, ਉਹ ਸਮਾਂ ਜਿਸ ਨੂੰ ਅਸੀਂ ਅੰਮ੍ਰਿਤ ਵੇਲਾ ਕਹਿੰਦੇ ਹਾਂ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਐ ਭਾਈ, ਅੰਮ੍ਰਿਤ ਵੇਲੇ ਨੂੰ ਉੱਠ ਕੇ ਉਸ ਦੇ ਨਾਮ ਨੂੰ ਸਿਮਰ। ਇਹ ਐਸਾ ਵੇਲਾ ਹੈ ਜਦ ਮਨ ਸ਼ਾਂਤ ਹੁੰਦਾ ਹੈ। ਇਸ ਵੇਲੇ ਜੋ ਕੁਝ ਵੀ ਪਿਆਰ ਸਹਿਤ ਮਨ ਨੂੰ ਛਕਾਇਆ ਜਾਏ, ਮਨ ਉਸ ਨੂੰ ਪਚਾ ਲੈਂਦਾ ਹੈ। ਇਸੇ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉੱਠ ਕੇ ਨਾਮ ਜਪ, ਉਸ ਦੀ ਵਡਿਆਈ ਦੀ ਵਿਚਾਰ ਕਰ। ਭਾਵ ਗੁਰਬਾਣੀ ਨੂੰ ਪੜ੍ਹ ਸਮਝ, ਗੁਰਬਾਣੀ ਦੀ ਵਿਚਾਰ ਹੀ ਉਸ ਦੀ ਵਿਚਾਰ ਹੈ। ਇਸ ਨਾਲ ਰੱਬੀ ਗੁਣ ਮਿਲਦੇ ਹਨ। ਅਤੇ ਇਸੇ ਜਵਾਬ ਅੰਦਰ ਗੁਰੂ ਸਾਹਿਬ ਇੱਕ ਹੋਰ ਪੰਕਤੀ ਜੋੜਦੇ ਹਨ ਕਿ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ। ਭਾਵ ਕਿ ਭੇਟਾ ਤਾਂ ਹੈ ਸਮਾਂ, ਜੇ ਸਮਾਂ ਸਹੀ ਥਾਂ ਲਾਇਆ ਜਾਏ ਤਾਂ ਮਨ ਸੁਧਰਦਾ ਹੈ। ਗੁਰਬਾਣੀ ਰਾਹੀਂ ਅਕਾਲ ਪੁਰਖ ਨੂੰ ਯਾਦ ਕੀਤਿਆਂ, ਵਡਿਆਈ ਵਿਚਾਰ ਕੀਤਿਆਂ ਉਸ ਦੀ ਭੇਟਾ ਕਬੂਲ ਹੁੰਦੀ ਹੈ ਅਤੇ ਮਨ ਨੂੰ ਇੱਕ ਹੋਰ ਦਾਤ ਪ੍ਰਾਪਤ ਹੁੰਦੀ ਹੈ। ਉਹ ਹੈ ਰੱਬੀ ਕਰਮ ਵਾਲਾ ਕਪੜਾ। ਕਪੜਾ ਕੀ ਹੈ? ਪਿਆਰ, ਉਸ ਦੇ ਗੁਣ। ਜਦ ਭੇਟਾ ਸਹੀ ਹੋਵੇ ਤਾਂ ਪਿਆਰ ਵੀ ਮਿਲਦਾ ਹੈ ਤੇ ਦੁਆਰ ਵੀ, ਭਾਵ ਦਰਬਾਰ ਵੀ। ਗੁਰੂ ਪਿਆਰੇ, ਜਿਵੇਂ ਤਨ ਨੂੰ ਢੱਕਣ ਲਈ ਕਪੜਾ ਹੁੰਦਾ ਹੈ, ਇੰਜ ਹੀ ਮਨ ਨੂੰ ਢੱਕਣ, ਭਾਵ ਵਿਕਾਰਾਂ ਨੂੰ ਦੂਰ ਕਰਨ ਲਈ ਵੀ ਗੁਣਾ ਰੂਪੀ ਕਪੜਾ ਹੁੰਦਾ ਹੈ, ਜੋ ਕਿ ਉਸ ਦੇ ਕਰਮ ਨਾਲ ਮਿਲਦਾ ਹੈ, ਮਿਹਰ ਨਾਲ ਮਿਲਦਾ ਹੈ। ਜਦ ਉਸ ਦੀ ਨਦਰ ਹੋਏ ਤਾਂ ਵਿਕਾਰਾਂ ਤੋਂ ਮੁਕਤੀ ਮਿਲਦੀ ਹੈ। ਮੋਖ ਤੋਂ ਭਾਵ ਹੈ ਮੋਕਸ਼, ਮੁਕਤੀ, ਵਿਕਾਰਾਂ ਤੋਂ ਮੁਕਤੀ। ਜਦ ਮਨ ਉੱਪਰ ਰੱਬੀ ਪਿਆਰ ਦਾ ਕਪੜਾ ਹੋਏ, ਉਸ ਦੇ ਗੁਣਾਂ ਦੀ ਛੱਤ ਹੋਏ, ਫਿਰ ਇਸ ਛੱਤ ਥੱਲੇ ਸਿਰਫ ਤੇ ਸਿਰਫ ਗੁਣ ਹੀ ਦਿਸਦੇ ਹਨ, ਚੰਗਿਆਈ ਹੀ ਵਸਦੀ ਹੈ। ਅਤੇ ਜਿਸ ਮਨ ਕੋਲ ਇਹ ਸਭ ਹੋਵੇ ਉਹ ਫਿਰ ਦਰਬਾਰ ਵੀ ਪ੍ਰਾਪਤ ਕਰ ਹੀ ਲੈਂਦਾ ਹੈ। ਭਾਵ ਉਸ ਨੂੰ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ। ਦਰ ਹੈ ਕਿੱਥੇ? ਦਰ ਹੈ ਅੰਦਰ। ਅਤੇ ਮਨ ਨੂੰ ਆਪਣੇ ਅੰਦਰ ਹੀ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਤਾਂ ਇੰਜ ਗੁਰੂ ਪਿਆਰਿਓ, ਜਦ ਮਨ ਕੋਲ ਗੁਣ ਹੋਵਣ, ਮਿਹਰ ਹੋਵੇ, ਪਿਆਰ ਹੋਵੇ, ਤਾਂ ਫਿਰ ਉਹ ਮਨ ਸਭ ਕੁਝ ਪ੍ਰਾਪਤ ਕਰ ਲੈਂਦਾ ਹੈ।
ਪਿਆਰ ਵੀ, ਦਰਬਾਰ ਵੀ। ਅਤੇ ਫਿਰ ਜਦ ਮਨ ਇਸ ਸੰਸਾਰ ਨੂੰ ਦੇਖਦਾ ਹੈ ਤਾਂ ਨਵੇਂ ਤਰੀਕੇ ਨਾਲ ਦੇਖਦਾ ਹੈ। ਹੁਣ ਇਹਨਾਂ ਅੱਖਾਂ ਅੰਦਰ, ਮਨ ਅੰਦਰ ਕੋਈ ਮੈਲ ਨਹੀਂ। ਬਿਨਾਂ ਮੈਲ ਦੇ ਜਹਾਨ ਨੂੰ ਦੇਖਦਾ ਹੈ ਤੇ ਕੀ ਦੇਖਦਾ ਹੈ? ਸੱਚ। ਹਰ ਪਾਸੇ ਇੱਕ ਦਾ ਪਸਾਰਾ ਦਿਖਦਾ ਹੈ। ਜਿਵੇਂ ਕਿ ਸ਼ੁਰੂਆਤੀ ਪੰਕਤੀ ਵਿੱਚ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਉਹ ਸਾਹਿਬ ਸੱਚ ਹੈ, ਅਤੇ ਹੁਣ ਮਨ ਉਸ ਨੂੰ ਦੇਖ ਵੀ ਰਿਹਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਨਾਨਕ ਇਵੇਂ ਜਾਣੀਐ ਸਭ ਆਪੇ ਸੱਚਿਆਰ। ਭਾਵ ਹੈ ਨਾਨਕ ਇਸ ਤਰ੍ਹਾਂ ਨਾਲ ਸਮਝ ਆ ਜਾਂਦੀ ਹੈ ਕਿ ਉਹ ਸੱਚਾ ਸਿਰਫ ਕਹਿਣ ਮਾਤਰ ਹੀ ਸੱਚਾ ਨਹੀਂ, ਉਹ ਸੱਚਮੁੱਚ ਹੀ ਸੱਚਾ ਹੈ। ਉਹੀ ਇੱਕ ਹਰ ਪਾਸੇ ਹੈ, ਸਭਨੀ ਥਾਈਂ ਹੈ। ਇਸ ਪੂਰੇ ਜਗਤ ਅੰਦਰ ਸਭ ਆਪ ਹੀ ਆਪ ਹੈ, ਹਰ ਪਾਸੇ ਇੱਕ ਹੈ, ਇੱਕ ਦਾ ਪਸਾਰਾ ਹੈ, ਅਕਾਲ ਪੁਰਖ ਦਾ ਵਾਸ ਹੈ। ਅਤੇ ਇਹ ਸਭ ਦੇਖਣਾ ਉਦੋਂ ਮਨ ਨੂੰ ਹੈ ਜਦ ਮਨ ਨੇ ਸਹੀ ਮੰਗ ਨੂੰ ਜਾਣਿਆ ਅਤੇ ਫਿਰ ਉਸ ਨੂੰ ਮੰਗਿਆ, ਆਪਣੇ ਸਮੇਂ ਦਾ ਸਹੀ ਉਪਯੋਗ ਕੀਤਾ ਅਤੇ ਜਦ ਗੁਰਬਾਣੀ ਨਾਲ ਜੁੜ ਕੇ ਆਪਣੇ ਅੰਦਰ ਰੱਬੀ ਨਾਮ ਗੁਣ ਪੈਦਾ ਕੀਤੇ ਤਾਂ ਮਨ ਅੰਦਰੋਂ ਵਿਕਾਰ ਦੂਰ ਹੋਏ। ਇਹ ਵਿਕਾਰ ਹੀ ਸਨ ਜੋ ਮਨ ਨੂੰ ਉਹ ਨਹੀਂ ਦੇਖਣ ਦੇ ਰਹੇ ਸਨ ਜੋ ਅਸਲ ਵਿੱਚ ਇਸ ਜਗਤ ਅੰਦਰ ਹੈ ਜਾਂ ਸਾਡੇ ਅੰਦਰ ਹੈ। ਪਰ ਹੁਣ ਜਦ ਮਨ ਰੱਬੀ ਪਿਆਰ ਨਾਲ ਰੰਗਿਆ, ਜਦ ਮਨ ਉੱਤੇ ਉਸ ਦੀ ਮਿਹਰ ਹੋਈ ਹੈ ਤਾਂ ਹੁਣ ਹਰ ਪਾਸੇ ਸੱਚ ਹੀ ਸੱਚ ਦਿਸਦਾ ਹੈ। ਹੁਣ ਮਨ ਤੇ ਕੂੜ ਦਾ ਅਸਰ ਨਹੀਂ ਹੁੰਦਾ। ਜਿਵੇਂ ਦਾ ਅਕਾਲ ਪੁਰਖ ਹੈ ਉਵੇਂ ਦਾ ਉਸ ਨੂੰ ਦਿਖਾਈ ਦੇ ਰਿਹਾ ਹੈ, ਹਰ ਪਾਸੇ ਵਸਿਆ ਹੋਇਆ, ਰਮਿਆ ਹੋਇਆ। ਅਤੇ ਗੁਰੂ ਪਿਆਰੇ, ਜਿਵੇਂ ਅਕਾਲ ਪੁਰਖ ਸੱਚਿਆਰ ਹੈ, ਇੰਜ ਮਨ ਵੀ ਇਸੇ ਰਾਹ ਤੇ ਚੱਲਦਾ ਹੋਇਆ ਸੱਚਿਆਰ ਬਣ ਜਾਂਦਾ ਹੈ, ਸੱਚਾ ਬਣ ਜਾਂਦਾ ਹੈ। ਤਾਂ ਇਹ ਸੀ ਚੌਥੀ ਪੌੜੀ, ਜਿਸ ਅੰਦਰ ਅਕਾਲ ਪੁਰਖ ਬਾਰੇ ਗੁਰੂ ਸਾਹਿਬ ਨੇ ਫਰਮਾਇਆ ਕਿ ਉਹ ਕਿਵੇਂ ਦਾ ਹੈ ਅਤੇ ਅਸੀਂ ਕਿਵੇਂ ਦੇ ਹਾਂ। ਤੇ ਫਿਰ ਗੁਰੂ ਸਾਹਿਬ ਨੇ ਮਨ ਨੂੰ ਸੁਧਾਰਦੇ ਹੋਏ ਬਹੁਤ ਕੁਝ ਸਮਝਾਇਆ ਅਤੇ ਅੰਤ ਉਸ ਨੂੰ ਸਹੀ ਜਗ੍ਹਾ ਤੇ ਲਿਆ ਕੇ ਖੜਾ ਕਰ ਦਿੱਤਾ। ਗੁਰੂ ਪਿਆਰਿਓ, ਜਿੰਨਾ ਗੁਰੂ ਸਾਹਿਬ ਨੇ ਸਾਡੇ ਲਈ ਕੀਤਾ, ਜਿਹੋ ਜਿਹੀ ਬਾਣੀ ਸਾਡੇ ਲਈ ਉਚਾਰੀ, ਇਹੋ ਜਿਹੇ ਵਿਚਾਰ, ਬਾਣੀ ਜਾਂ ਇੰਜ ਦੀ ਸਮਝ ਸਾਨੂੰ ਪੂਰੇ ਸੰਸਾਰ ਵਿੱਚ ਕਿਤੇ ਨਹੀਂ ਮਿਲਦੇ। ਗੁਰੂ ਸਾਹਿਬ ਇੱਕ ਇੱਕ ਗੱਲ ਨੂੰ ਇੰਨੇ ਸੌਖੇ ਤੇ ਸੋਹਣੇ ਤਰੀਕੇ ਨਾਲ ਸਮਝਾਉਂਦੇ ਹਨ ਕਿ ਕੋਈ ਵੀ ਪ੍ਰਾਣੀ ਇਸ ਬਾਣੀ ਰਾਹੀਂ ਆਪਣੇ ਜੀਵਨ ਨੂੰ ਸੁਧਾਰ ਕੇ ਜੀ ਸਕਦਾ ਹੈ। ਸੱਚ ਜਾਣੋ, ਜਦ ਮਨ ਗੁਰੂ ਸਾਹਿਬ ਦੀ ਬਾਣੀ ਰਾਹੀਂ ਜਾਗਦਾ ਹੈ ਤਾਂ ਉਹ ਸਭ ਕੁਝ ਅੰਦਰ ਤੇ ਬਾਹਰ ਸਹੀ, ਸਾਫ਼ ਤੇ ਸੱਚ ਦੇਖ ਪਾਉਂਦਾ ਹੈ। ਇਸ ਤੋਂ ਪਹਿਲਾਂ ਜੋ ਵੀ ਦੇਖਦਾ ਸੀ ਉਹ ਕਿਸੇ ਨਾ ਕਿਸੇ ਵਿਕਾਰ ਵਾਲੀ ਸੋਚ ਰਾਹੀਂ ਸੰਸਾਰ ਨੂੰ ਦੇਖਦਾ ਸੀ, ਪਰ ਹੁਣ ਬਿਨਾਂ ਕਿਸੇ ਵਿਕਾਰ ਤੋਂ ਇਸ ਦੁਨੀਆ ਨੂੰ ਦੇਖਦਾ ਹੈ। ਇਸ ਲਈ ਆਓ ਗੁਰਬਾਣੀ ਨਾਲ ਜੁੜੀਏ, ਗੁਰੂ ਸਾਹਿਬ ਦੀ ਬਾਣੀ ਨੂੰ ਮਨ ਲਾ ਕੇ ਪੜ੍ਹੀਏ, ਸੁਣੀਏ, ਸਮਝੀਏ ਤੇ ਜੀਏ। ਧੰਨਵਾਦ। ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਸੇ ਪਿਆਰੀ ਵਿਚਾਰ ਦੇਣ ਲਈ, ਅਤੇ ਆਪ ਸਭ ਸੰਗਤ ਦਾ ਵੀ ਇਸ ਵਿਚਾਰ ਨੂੰ ਸੁਣਨ ਲਈ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।